ने तो बाकी जो अवेलेबल ऑफेंसेस ने बट मैं एक चीज़ देख के बड़ा हैरान आ कि कुछ ये भी सैक्शनस लाए गए हैं फॉर बीइंग कुछ रूल्स बने ਸੀਗੇ ਉਹ ਰੂਲ ਵਾਇਲੇਟ ਕੀਤੇ ਗਏ ਨੇ ਜਿਸ ਤੋਂ ਬਾਅਦ ਇਹ ਧਾਰਾਵਾਂ ਜਿਹੜੀਆਂ ਸਾਡੇ ਸਾਹਮਣੇ ਇੱਕ ਪਰਚਾ ਪਿਆ ਹੋਇਆ ਇਸ ਤੇ 14 ਧਾਰਾਵਾਂ ਲਿਖੀਆਂ ਹੋਈਆਂ ਨੇ ਮਾਮਲੇ ਦਰਜ ਹੋਏ ਨੇ ਤਾਂ ਕੀ ਲੀਗਲ ਐਸਪੈਕਟ ਹੈ ਦੇਖੋ ਇਹਦੇ ਵਿੱਚ 353 331 307 ਤੇ ਡਕੈਤੀ ਦੀਆਂ 395 डकैती विद डेडली आर्म 397 ये 5 धारावां ਜਿਹੜੀਆਂ ਨਾਮ ਅਵੇਲੇਬਲ ਨੇ ਤੇ ਬਾਕੀ 2 ਪ੍ਰਿੰਸੀਪਲ ਲਿੰਕ ਸੈਕਸ਼ਨਸ ਨੇ ਤੇ ਬਾਕੀ ਜਿਹੜੇ ਅਵੇਲੇਬਲ ਆਫੈਂਸਸ ਨੇ ਬਟ ਮੈਂ ਇੱਕ ਚੀਜ਼ ਦੇਖ ਕੇ ਬੜਾ ਹੈਰਾਨ ਆ ਕਿ ਇਹਦੇ ਵਿੱਚ ਕੁਝ ਇਹ ਵੀ ਸੈਕਸ਼ਨਸ ਲਾਏ ਗਏ ਆ ਫॉर ਬੀਇੰਗ ਪਾਰਟ ਆਫ ਅਨਲੌਫੁਲ ਅਸੈਂਬਲੀ ਜੀ ਜੀ ਤੇ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਇਹ ਅਸੈਂਬਲੀ ਤਾਂ ਲੌਫੁਲ ਸੀ ਜਦੋਂ ਸ਼ੁਰੂ ਹੋਇਆ ਪ੍ਰੋਟੈਸਟ ਤਾਂ ਬਿਲਕੁਲ ਲੌਫੁਲ ਸੀ ਬੜਾ ਪੀਸਫੁਲ ਸੀ ਉਹਦੇ ਨਾਲ ਸਾਰਾ ਪ੍ਰੋਟੈਸਟ ਜਾਂ ਸਾਰਾ ਜਿਹੜੇ ਪ੍ਰਦਰਸ਼ਨ ਨੇ ਉਹਨਾਂ ਦਾ ਕੀ ਕਸੂਰ ਹੈ ਜੀ ਬਿਲਕੁਲ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਸੋ ਇਹ ਪੁਲਿਸ ਨੂੰ ਆਇਡੈਂਟੀਫਾਈ ਕਰਨਾ ਪਏਗਾ ਕਿ ਇਹਦੇ ਵਿੱਚ ਜਿਹੜੇ ਬਲੈਕ ਸ਼ਿਪ ਸੀ ਇਹ ਕੌਣ ਸੀ ਸਾਰਾ ਜਿਹੜਾ ਪ੍ਰੋਟੈਸਟ ਹੈ ਇਹਨੂੰ ਅਨਲੌਫੁਲ ਜਾਂ ਵਾਇਲੈਂਟ ਨਹੀਂ ਕਿਹਾ ਜਾ ਸਕਦਾ ਜੇ ਕੁਝ ਅਨਸਰ ਜੇ ਕੋਈ ਅਨਲੌਫੁਲ ਵਿੱਚ ਐਂਟਰ ਕਰਕੇ ਜਾਂ ਇਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸੈਪਰੇਟਲੀ ਲਾਇਬਲ ਕੀਤਾ ਜਾ ਸਕਦਾ ਅਸੀਂ ਸਾਰੇ ਪ੍ਰੋਟੈਸਟ ਨੂੰ ਅਸੀਂ ਯਾਨੀ ਕਿ ਇਹ ਕਹਿਣਾ ਕਿ 26 ਜਨਵਰੀ ਦਾ ਦਿਨ ਹਿੰਸਕ ਰਿਹਾ ਹੈ ਇਹ ਗਲਤ ਨਹੀਂ ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ ਹਰੇਕ ਸਾਰੀ ਦੀ ਤਰ੍ਹਾਂ ਇਹ ਇਸ ਦੇ ਵਿੱਚ ਜਿਹੜੇ 37 ਨਾਮ ਦਿੱਤੇ ਗਏ ਨੇ ਉਸ ਤੋਂ ਬਾਅਦ ਲਿਖਿਆ ਐਂਡ ਅਦਰਸ ਤੋਂ ਕੀ ਭਾਵ ਹੋਇਆ ਕੋਈ ਵੀ ਨਾਮ ਪੈ ਸਕਦਾ ਹੈ ਇਹਦੇ ਵਿੱਚ ਜੀ ਬਿਲਕੁਲ ਇਨਵੈਸਟੀਗੇਸ਼ਨ ਦੇ ਵਿੱਚ ਜੇ ਇਹਨਾਂ ਦੇ ਥਰੂ ਜਾਂ ਇੰਡੀਪੈਂਡੈਂਟਲੀ ਇਨਵੈਸਟੀਗੇਸ਼ਨ ਕੁਝ ਵੀ ਆਉਂਦਾ ਹੈ ਕਿ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਵਿੱਚ ਪੁਲਿਸ ਨੂੰ ਕੋਈ ਗਾਈਡ ਨਹੀਂ ਕਰ ਸਕਦਾ ਤੁਸੀਂ ਇਸ ਲਾਈਨ ਤੇ ਕਰਨੀ ਹੈ ਇਸ ਈਵਨ ਸੁਪਰੀਮ ਕੋਰਟ ਨਹੀਂ ਕਹਿ ਸਕਦੀ ਕਿ ਤੁਸੀਂ ਪਾਰਟਿਕੂਲਰ ਲਾਈਨਸ ਉੱਤੇ ਇਨਵੈਸਟੀਗੇਸ਼ਨ ਕਰੋ ਲੋਕ ਸਿਰਫ ਇਹ ਜਾਣਨਾ ਚਾਹਦੇ ਨੇ ਕਿ ਜਿਹੜੀ ਇਹ ਤੁਸੀਂ ਐਕਸਪਲੇਨ ਕੀਤੀਆਂ ਨੇ ਧਾਰਾਵਾਂ ਸਾਡੇ ਕਿਸਾਨ ਆਗੂਆਂ ਤੇ ਕੀ ਇਹ ਕੱਲੀ ਧਾਰਾ ਲੱਗੀ ਹੈ ਜਾਂ ਇਹ ਕਿਸਾਨ ਆਗੂਆਂ ਤੇ ਸਿਰਫ ਵਾਇਲੇਸ਼ਨ ਦਾ ਦੋਸ਼ ਲੱਗੇ ਦੇਖੋ ਜਦੋਂ ਅਸੀਂ ਐਫਆਈਆਰ ਦੇਖਦੇ ਹਾਂ ਇਹ ਸਾਰੀਆਂ ਧਾਰਾਵਾਂ ਇਕੱਠੀਆਂ ਲਿਖੀਆਂ ਜਾਂਦੀਆਂ ਕਿ ਐਫਆਈਆਰ ਤੇ ਲਿਖਿਆ ਜਾਏ ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿਹਦੇ ਉੱਤੇ ਇੱਕ ਧਾਰਾ ਬਣਦੀ ਹੈ ਕਿਹਦੇ ਤੇ ਦੋ ਬਣਦੀਆਂ ਜਾਂ ਕਿਹਦੇ ਤੇ ਬਿਲਕੁਲ ਨਹੀਂ ਬਣਦੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਮਨ ਜੇਟਲੀ ਤਿੰਨੇ ਖੇਤੀ ਬਿੱਲਾਂ ਨੂੰ ਲੈ ਕੇ ਅਸੀਂ ਸੰਘਰਸ਼ ਦਾ ਰਾਹ ਚੁਣਿਆ ਸੀ ਦਿੱਲੀ ਜਾ ਕੇ ਅਸੀਂ ਸੰਘਰਸ਼ ਕੀਤਾ ਪਰ ਅੱਜ ਇਹ ਸੰਘਰਸ਼ ਕਿਸ ਰਾਹ ਤੇ ਹੈ ਇੱਕ ਬੜੀ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਤੇ ਚਰਚਾ ਅਸੀਂ ਨਹੀਂ ਕਰਾਂਗੇ ਕਿਉਂਕਿ ਜਿੰਨੇ ਲੋਕ ਵੱਖ-ਵੱਖ ਲੋਕਾਂ ਦੀ ਆਪੋ ਆਪਣੀ ਮਾਨਸਿਕਤਾ ਹੈ ਕੋਈ ਇਸ ਨੂੰ ਗਲਤ ਕਹਿ ਰਿਹਾ ਕੋਈ ਇਸ ਨੂੰ ਸਹੀ ਕਹਿ ਰਿਹਾ ਪਰ ਹੁਣ ਇਸ ਵੇਲੇ ਇਹ ਸੰਘਰਸ਼ ਕਿਸ ਮੁਕਾਮ ਤੇ ਹੈ 26 ਜਨਵਰੀ ਤੋਂ ਬਾਅਦ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਹਿੰਸਾ ਹੋਈ ਹੈ ਉਸ ਤੋਂ ਬਾਅਦ ਬਹੁਤ ਸਾਰੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਇੱਕ ਹੋਰ ਅਪਡੇਟ ਸਾਹਮਣੇ ਆਇਆ ਸੀ ਕਿ 37 ਕਿਸਾਨ ਆਗੂ ਜੋ ਮੀਟਿੰਗਾਂ ਦਾ ਹਿੱਸਾ ਬਣੇ ਨੇ ਕੇਂਦਰ ਸਰਕਾਰ ਦੇ ਨਾਲ ਕੇਂਦਰੀ ਵਜ਼ੀਰਾਂ ਦੇ ਨਾਲ ਜੋ ਮੀਟਿੰਗਾਂ ਹੋਈਆਂ ਨੇ ਉਹ 37 ਨਾਮ ਸਾਹਮਣੇ ਆਏ ਨੇ ਤੇ ਦੱਸਿਆ ਜਾ ਰਿਹਾ ਕਿ ਉਹਨਾਂ ਤੇ 14 ਮਾਮਲੇ ਦਰਜ ਹੋਏ ਨੇ ਵੱਖ-ਵੱਖ ਧਾਰਾਵਾਂ ਤਹਿਤ ਉਹਨਾਂ ਤੇ ਮਾਮਲੇ ਦਰਜ ਹੋਏ ਨੇ ਤਾਂ ਲੀਗਲ ਐਸਪੈਕਟ ਕੀ ਹੈ ਮੇਰੇ ਨਾਲ ਇਸ ਵੇਲੇ ਆਈਪੀਐਸ ਅਬਰਵਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਇਸ ਤੇ ਵਧੇਰੇ ਚਰਚਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਸ਼ੁਰੂਆਤ ਜਦੋਂ ਹੋਈ ਸੀ ਜਦੋਂ ਖਿਲਾਫਤ ਸ਼ੁਰੂ ਹੋਈ ਤਾਂ ਸੈਂਟਰ ਗਵਰਨਮੈਂਟ ਨੇ ਕਿਹਾ ਸੀ ਕਿ ਇਹ ਸਟੇਟ ਹੈਂਡਲ ਕਰ ਸਕਦਾ ਹੈ ਕਿੰਨਾ ਕਾਰਗਰ ਹੈ ਦੇਖੋ ਜਦੋਂ ਵੀ ਕੋਈ ਕੰਫਲਿਕਟ ਆਉਂਦਾ ਸਟੇਟ ਲਾਜ਼ ਦੇ ਵਿੱਚ ਜਾਂ ਸੈਂਟਰ ਦੇ ਲਾਜ਼ ਦੇ ਵਿੱਚ ਤੇ ਜਿੰਨਾ ਉਹ ਇੱਕ ਦੂਜੇ ਨੂੰ ਕੰਫਲਿਕਟ ਕਰਦੇ ਨੇ ਉਹ ਮੈਟਰ ਜਿਹੜਾ ਉੱਤੇ ਪ੍ਰਿੰਸੀਪਲ ਆਫ ਇਥਨ ਸਬਸਟੈਂਸ ਅਪਲਾਈ ਕਰਦੇ ਨੇ ਉਹ ਲਾਅ ਦਾ ਸਬਸਟੈਂਸ ਦੇਖਿਆ ਜਾਂਦਾ ਹੈ ਤੇ ਜਦੋਂ ਵੀ ਇਹ ਮੈਟਰ ਜਾਏਗਾ ਸੁਪਰੀਮ ਕੋਰਟ ਹਮੇਸ਼ਾ ਐਸ ਪਰ ਕਨਸਟੀਟਿਊਸ਼ਨ ਆਰਟੀਕਲ 246 ਹੈ ਉਹ ਇਹ ਕਹਿੰਦਾ ਹੈ ਕਿ ਜਦੋਂ ਕੋਈ ਕੰਫਲਿਕਟ ਆਉਂਦਾ ਸਟੇਟ ਲਾਅ ਤੇ ਯੂਨੀਅਨ ਲਾਅ ਦੇ ਵਿੱਚ ਤਾਂ ਯੂਨੀਅਨ ਲਾਅ ਹੀ ਪ੍ਰੀਵੇਲ ਕਰਦਾ ਹੈ ਸੋ ਇਹਦੇ ਵਿੱਚ ਜੇ ਤਾਂ ਪੈਰਲਲੀ ਦੋਨੋਂ ਲਾਜ਼ ਚੱਲ ਸਕਦੇ ਆ ਤੇ ਵੈਲ ਐਂਡ ਗੁੱਡ ਜੇ ਡਿਫਰੈਂਟ ਦੋਨਾਂ ਦਾ ਦੋਨੋਂ ਇੱਕ ਦੂਜੇ ਦੇ ਡੋਮੇਨ 'ਚ ਇੰਟਰਫੇਅਰ ਨਹੀਂ ਕਰ ਸਕਦੇ ਇਹ ਮੈਂ ਫਸਟ ਟਾਈਮ ਦੇਖਿਆ ਵੀ ਇਹ ਮੈਂ ਕਨਸਟੀਟਿਊਸ਼ਨਲ ਕ੍ਰਾਈਸਿਸ ਤਾਂ ਨਹੀਂ ਕਹਿ ਸਕਦਾ ਬਟ ਕਨਸਟੀਟਿਊਸ਼ਨਲ ਇਨਡਿਸਪਲਿਨ ਜ਼ਰੂਰ ਹੈ ਜਿੱਥੇ ਯੂਨੀਅਨ ਲਾਅ ਜਿਹੜਾ ਹੈ ਉਹ ਸਟੇਟ ਲਾਅ ਦਾ ਰਿਗਾਰਡ ਨਹੀਂ ਕਰ ਰਿਹਾ ਤੇ ਜੇ ਸਟੇਟ ਲਾਅ ਪ੍ਰੋਮਲਗੇਟ ਹੁੰਦਾ ਸੇਮ ਲਾਈਨਸ ਉੱਤੇ ਤੇ ਕੋਈ ਕੰਫਲਿਕਟ ਆਉਂਦਾ ਦੋਨਾਂ ਦੇ ਵਿੱਚ ਤੇ ਆਬਵੀਅਸਲੀ ਸੈਂਟਰਲ ਲਾਅ ਪ੍ਰੀਵੇਲ ਕਰੇਗਾ ਜੀ ਸੈਂਟਰਲ ਲਾਅ ਪ੍ਰੀਵੇਲ ਕਰੇਗਾ ਜਿਹੜੀ ਤੁਹਾਡੇ ਸਾਹਮਣੇ ਇੱਕ ਐਫਆਈਆਰ ਦੀ ਕਾਪੀ ਪਈ ਹੈ ਇਸ ਦੇ ਵਿੱਚ 37 ਨਾਮ ਲਿਖੇ ਹੋਏ ਨੇ ਕਿਸਾਨ ਆਗੂਆਂ ਦੇ ਨਾਮ ਸ਼ਾਮਲ ਨੇ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਵਾਇਲੇਸ਼ਨ ਕੀਤੀ ਯਾਨੀ ਕਿ ਜਿਹੜੇ ਰੂਲ ਜਿਹੜੀ ਮੀਟਿੰਗਾਂ ਤੋਂ ਬਾਅਦ ਕੁਝ ਰੂਲਸ ਬਣੇ ਸੀਗੇ ਉਹ ਰੂਲ ਵਾਇਲੇਟ ਕੀਤੇ ਗਏ ਨੇ ਜਿਸ ਤੋਂ ਬਾਅਦ ਇਹ ਧਾਰਾਵਾਂ ਜਿਹੜੀਆਂ ਸਾਡੇ ਸਾਹਮਣੇ ਇੱਕ ਪਰਚਾ ਪਿਆ ਹੋਇਆ ਇਸ ਤੇ 14 ਧਾਰਾਵਾਂ ਲਿਖੀਆਂ ਹੋਈਆਂ ਨੇ ਮਾਮਲੇ ਦਰਜ ਹੋਏ ਨੇ ਤਾਂ ਕੀ ਲੀਗਲ ਐਸਪੈਕਟ ਹੈ ਦੇਖੋ ਇਹਦੇ ਵਿੱਚ 353 332 307 ਤੇ ਡਕੈਤੀ ਦੀਆਂ 395
ਡਕੈਤੀ ਵਿਦ ਡੈਡਲੀ ਆਰਮਸ 397 ਇਹ 5 ਧਾਰਾਵਾਂ ਜਿਹੜੀਆਂ ਨਾਨ ਅਵੇਲੇਬਲ ਨੇ ਤੇ ਬਾਕੀ 2 ਪ੍ਰਿੰਸੀਪਲ ਲਿੰਕ ਸੈਕਸ਼ਨਸ ਨੇ ਤੇ ਬਾਕੀ ਜਿਹੜੇ ਅਵੇਲੇਬਲ ਆਫੈਂਸਸ ਨੇ ਬਟ ਇਹਦੇ ਵਿੱਚ ਸਪੈਸੀਫਿਕਲੀ ਹਜੇ ਡਿਫਾਈਨ ਨਹੀਂ ਹੋਇਆ ਵੀ ਕਿਸ ਆਦਮੀ ਦੇ ਉੱਤੇ ਕੀ ਐਲੀਗੇਸ਼ਨ ਹੈ। ਜਿਹੜੀ ਇਹਨਾਂ ਨੂੰ ਰੂਟਸ ਪ੍ਰੋਵਾਈਡ ਕੀਤੇ ਗਏ ਸੀ ਉਹ ਬਾਅਦ ਦੇ ਵਿੱਚ ਇਹਨਾਂ ਨੇ ਰੂਟਸ ਚੇਂਜ ਐਲੀਗੇਸ਼ਨ ਆ ਐਫਆਈਆਰ ਕਿ ਇਹਨਾਂ ਦੇ ਰੂਟਸ ਜਿਹੜੇ ਨੇ ਉਹ 144 ਦੀ ਜਿਹੜੀ ਆਰਡਰ ਸੀ ਉਹਦੀ ਵਾਇਲੇਸ਼ਨ ਚ ਨੇ ਤੇ ਓਬਵੀਅਸਲੀ ਦੇ ਆਰ ਲਾਇਬਲ ਅੰਡਰ 188। ਉਸ ਤੋਂ ਅੱਗੇ ਹੁਣ ਕਿਹੜੇ ਕਿਹੜੇ ਹੋਰ ਇਹਦੇ ਚ ਡੋਮੀਨੇਟ ਹੋ ਸਕਦੇ ਤੇ ਉਹਨਾਂ ਦੇ ਕੀ ਕੀ ਆਫੈਂਸਸ ਬਣਦਾ ਇਹ ਪੁਲਿਸ ਅਜੇ ਦੇਖੇਗੀ ਕਿ ਵੀਡੀਓਜ਼ ਦੇ ਵਿੱਚ ਕੌਣ ਸਾਹਮਣੇ ਆਇਆ ਕਿੰਨੀ ਵਾਇਲੈਂਸ ਕੀਤੀ ਹੈ ਕੀ ਉਹਦੇ ਆਬਜੈਕਟ ਸੀ। ਬਟ ਮੈਂ ਇੱਕ ਚੀਜ਼ ਦੇਖ ਕੇ ਬੜਾ ਹੈਰਾਨ ਆ ਕਿ ਇਹਦੇ ਚ ਕੁਝ ਇਹ ਵੀ ਸੈਕਸ਼ਨਸ ਲਾਏ ਗਏ ਆ ਫॉर ਬੀਇੰਗ ਪਾਰਟ ਆਫ ਅਨਲੌਫੁਲ ਅਸੈਂਬਲੀ। ਜੀ ਜੀ ਤੇ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਇਹ ਅਸੈਂਬਲੀ ਤਾਂ ਲੌਫੁਲ ਸੀ ਜਦੋਂ ਸ਼ੁਰੂ ਹੋਇਆ ਪ੍ਰੋਟੈਸਟ ਤਾਂ ਬਿਲਕੁਲ ਲੌਫੁਲ ਸੀ ਬੜਾ ਪੀਸਫੁਲ ਸੀ। ਉਸ ਤੋਂ ਬਾਅਦ ਜੇ ਕੋਈ ਅਨਸਕ੍ਰੂਪੂਲਸ ਐਲੀਮੈਂਟ ਵਿੱਚ ਆ ਜਾਂਦਾ ਹੈ ਜਾਂ ਕੋਈ ਸ਼ਰਾਰਤੀ ਕੋਈ ਅੰਸਰ ਵਿੱਚ ਆ ਜਾਂਦਾ ਹੈ ਤੇ ਉਹਦੇ ਨਾਲ ਸਾਰਾ ਪ੍ਰੋਟੈਸਟ ਜਾਂ ਸਾਰਾ ਜਿਹੜਾ ਜਿਹੜੇ ਮਾਰਚ ਪ੍ਰਦਰਸ਼ਨ ਨੇ ਉਹਨਾਂ ਦਾ ਕੀ ਕਸੂਰ ਹੈ? ਜੀ ਬਿਲਕੁਲ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਸੋ ਇਹ ਪੁਲਿਸ ਨੂੰ ਆਇਡੈਂਟੀਫਾਈ ਕਰਨਾ ਪਏਗਾ ਕਿ ਇਹਦੇ ਵਿੱਚ ਜਿਹੜੇ ਬਲੈਕ ਸ਼ੀਪ ਸੀਗੇ ਕੌਣ ਸੀ ਕਿਉਂਕਿ ਸਾਰੇ ਪ੍ਰੋਟੈਸਟ ਨੂੰ ਅਸੀਂ ਬਲੇਮ ਨਹੀਂ ਕਰ ਸਕਦੇ ਕਿ ਪੂਰਾ ਪ੍ਰੋਟੈਸਟ ਹੀ ਅਨਲੌਫੁਲ ਸੀ। ਪ੍ਰੋਟੈਸਟ ਬੜਾ ਲੌਫੁਲ ਸੀ ਤੇ ਬੜਾ ਪੀਸਫੁਲ ਸੀ ਤੇ ਜੇ ਕਿਸੇ ਨੇ ਵਿੱਚ ਕੋਈ ਸ਼ਰਾਰਤ ਕੀਤੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਅਲੱਗ ਤੋਂ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਪਏਗਾ ਉਹਨਾਂ ਨੂੰ ਅਲੱਗ ਤੋਂ ਉਹਨਾਂ ਦੀ ਲਾਇਬਿਲਿਟੀ ਬਣਾਉਣੀ ਪਏਗੀ। ਤੁਸੀਂ ਇੱਕੋ ਰੱਸੇ ਨਾਲ ਸਾਰਿਆਂ ਨੂੰ ਨਹੀਂ ਬਣ ਸਕਦੇ। ਕੱਲ ਕਹਿ ਰਹੇ ਸੀ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 200 ਵਿਅਕਤੀਆਂ ਦੇ ਮਾਮਲੇ ਦਰਜ ਹੋ ਗਏ ਸਨ ਹਾਲੇ ਬੋਲ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਪ੍ਰੋਟੈਸਟ ਲਾਫੁਲ ਸੀਗਾ ਤਾਂ ਕੁਝ ਸ਼ਰਾਰਤੀ ਅੰਸਰਾਂ ਕਰਕੇ ਜਿਹੜਾ ਪ੍ਰੋਟੈਸਟ ਹੈ ਲਾਫੁਲ ਬਣਿਆ ਤੇ ਜਿਹੜੇ ਬਾਕੀਆਂ ਨੂੰ ਵਿੱਚ ਘਸੀਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿੰਨਾ ਕੁ ਜਾਇਜ਼ ਹੈ? ਦੇਖੋ ਇਹ ਫਾਈਨਲੀ ਮੈਟਰ ਤਾਂ ਫਿਰ ਕੋਰਟ 'ਚ ਜਾਣਾ ਤੇ ਯੂ ਹੈਵ ਟੂ ਡਿਫਰੈਂਸ਼ੀਏਟ ਕਿ ਇਹਦੇ 'ਚ ਅਨਲੌਫੁਲ ਬੰਦੇ ਕੌਣ ਸੀ ਤੇ ਲੌਫੁਲ ਜਿਹੜੇ ਪੀਸਫੁਲੀ ਕਰ ਰਹੇ ਸੀ ਉਹ ਕੌਣ ਸੀ। ਸਾਰਾ ਜਿਹੜਾ ਪ੍ਰੋਟੈਸਟ ਹੈ ਇਹਨੂੰ ਅਨਲੌਫੁਲ ਜਾਂ ਵਾਇਲੈਂਟ ਨਹੀਂ ਕਿਹਾ ਜਾ ਸਕਦਾ। ਜੇ ਕੁਝ ਅੰਸਰ ਜੇ ਕੋਈ ਅਨਲੌਫੁਲ ਵਿੱਚ ਐਂਟਰ ਕਰਕੇ ਜਾਂ ਇਹਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸੈਪਰੇਟਲੀ ਲਾਇਬਲ ਕੀਤਾ ਜਾ ਸਕਦਾ। ਅਸੀਂ ਸਾਰੇ ਪ੍ਰੋਟੈਸਟ ਨੂੰ ਅਸੀਂ ਯਾਨੀ ਕਿ ਇਹ ਕਹਿਣਾ ਕਿ 26 ਜਨਵਰੀ ਦਾ ਦਿਨ ਹਿੰਸਕ ਰਿਹਾ ਹੈ ਇਹ ਗਲਤ ਨਹੀਂ ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ ਹਰੇਕ ਸਾਰੀ ਦੀ ਗੱਲ ਜਿੰਨਾ ਜਿਹਦੀ ਲਾਇਬਿਲਿਟੀ ਬਣਦੀ ਹੈ ਔਰ ਜਿਸ ਬੰਦੇ ਦੀ ਬਣਦੀ ਹੈ ਸਿਰਫ ਉਹਨੇ ਕ੍ਰਿਮੀਨਲ ਲਾਅ ਦੇ ਵਿੱਚ ਕਦੀ ਵੀ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਲਪੇਟ ਸਕਦੇ ਇੱਕੋ ਤਕੜੀ ਚ ਨਹੀਂ ਤੋੜ ਜੀ। ਜਿਹੜੇ ਪੀਸਫੁਲ ਸੀਗੇ ਉਹਨਾਂ ਨੂੰ ਪੀਸਫੁਲੀ ਰਿਹਾ ਜਾਏਗਾ ਜਿਨ੍ਹਾਂ ਨੇ ਵਾਇਲੇਸ਼ਨ ਕੀਤੀ ਹੈ ਜਿਨ੍ਹਾਂ ਦੇ ਉੱਤੇ 144 ਦੀ ਵਾਇਲੇਸ਼ਨ ਦੇ ਐਲੀਗੇਸ਼ਨ ਹੈ ਉਹਨਾਂ ਨੂੰ 144 ਵਾਸਤੇ ਹੀ ਲਾਇਬਲ ਕੀਤਾ ਜਾਏਗਾ ਜੀ ਬਾਕੀ ਆਫੈਂਸਸ ਵਾਸਤੇ ਨਹੀਂ। ਸੋ ਇਹ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਨੇ ਇਹ ਡਿਫਰੈਂਸ਼ੀਏਟ ਕੀਤੇ ਜਾਣਗੇ ਕਿ ਕਿਹਦੇ ਉੱਤੇ ਕੀ ਐਲੀਗੇਸ਼ਨ ਬਣਦਾ ਕੀ ਆਫੈਂਸ ਬਣਦਾ। ਅਸੀਂ ਵਿਸਤਾਰ ਦੇ ਵਿੱਚ ਜਾਣਨਾ ਚਾਹੁੰਦੇ ਹਾਂ ਨਹੀਂ ਵੀ ਬਣਦਾ ਜੀ ਅਸੀਂ ਵਿਸਤਾਰ ਦੇ ਵਿੱਚ ਜਾਣਨਾ ਚਾਹੁੰਦੇ ਹਾਂ ਕਿ ਇਸ ਐਫਆਈਆਰ ਦੀ ਕਾਪੀ ਦੇ ਵਿੱਚ 37 ਨਾਮ ਲਿਖੇ ਹੋਏ ਨੇ ਕਿਸਾਨ ਆਗੂਆਂ ਦੇ ਨਾਮ ਨੇ ਵਿੱਚ ਮੇਧਾ ਪਾਟਕਰ ਜੀ ਦਾ ਨਾਮ ਵੀ ਹੈ ਸੋਸ਼ਲ ਐਕਟਿਵਿਸਟ ਨੇ ਤਾਂ ਕੀ ਇਹਨਾਂ 37 ਦੇ ਇਹ ਜਿਹੜੀਆਂ ਧਾਰਾਵਾਂ ਨੇ ਉਹ ਦਰਜ ਮਾਮਲੇ ਦਰਜ ਹੋਏ ਨੇ ਕਿ ਬਾਅਦ ਦੇ ਵਿੱਚ ਜਿਹੜੇ ਨਾਮ 18 ਨਾਮ ਜਾਂ 18 ਯੂਨੀਅਨਾਂ ਦੇ ਨਾਮ ਡਿਸਕਸ ਕੀਤੇ ਗਏ ਨੇ ਐਕਸਪਲੇਨ ਕੀਤੇ ਗਏ ਨੇ ਸਿਰਫ ਮੈਂਸ਼ਨ। ਦੇਖੋ ਜੇ ਅਸੀਂ ਐਫਆਈਆਰ ਦੇ ਕੰਟੈਕਸਟ ਦੇ ਹਿਸਾਬ ਨਾਲ ਜਾਈਏ ਤੇ ਪਹਿਲੇ ਜਿਹੜੇ 37 ਨਾਮ ਦਿੱਤੇ ਗਏ ਨੇ ਇਹਨਾਂ ਦੀ ਨੈਗੋਸੀਏਸ਼ਨ ਹੋਈ ਸੀ ਗਵਰਨਮੈਂਟ ਨਾਲ ਜਿਹਦੇ ਤੁਸੀਂ ਕਹਿ ਰਹੇ ਹੋ ਮੇਧਾ ਪਾਟਕਰ ਦਾ ਨਾਮ ਇਹਨਾਂ ਦੀ ਨੈਗੋਸੀਏਸ਼ਨ ਹੋਈ ਸੀ ਜੀ। ਨੈਗੋਸੀਏਸ਼ਨ ਹੋਣ ਤੋਂ ਬਾਅਦ ਇਹਨਾਂ ਦਾ ਕੁਝ ਕੰਸੈਂਸਸ ਬਣਿਆ ਫਿਰ ਇਹਨਾਂ ਨੂੰ ਕੁਝ ਰੂਲਸ ਪ੍ਰੋਵਾਈਡ ਕੀਤੇ ਗਏ ਫਿਰ ਕੁਝ ਕਿਸਾਨ ਆਗੂਆਂ ਦੇ ਉੱਤੇ ਐਲੀਗੇਸ਼ਨ ਆਇਆ ਕਿ ਇਹਨਾਂ ਨੇ ਜਿਹੜੀ 144 ਦੀ ਜਿਹੜੀ ਵਾਇਲੇਸ਼ਨ ਕੀਤੀ ਹੈ ਪਲੱਸ ਕੁਝ ਵਹੀਕਲਸ ਦੇ ਨਾਮ ਮੈਂ ਦੇਖ ਰਿਹਾ ਇਹਨਾਂ 'ਚ ਲਿਖੇ ਹੈ ਵੀ ਇਹ ਵਹੀਕਲ ਜਿਹੜੇ ਆਇਡੈਂਟੀਫਾਈ ਹੋਏ ਨੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰਸ ਆਏ ਨੇ ਤੇ ਉਹਨਾਂ ਤੋਂ ਹੁਣ ਪੁੱਛਗਿੱਛ ਹੋਏਗੀ ਕਿ ਉਹ ਵਹੀਕਲਸ ਜਿਹੜੇ ਓਨਰ ਨੇ ਉਹ ਆਪ ਲੈ ਕੇ ਗਏ ਜਾਂ ਕਿਸੇ ਹੋਰ ਕੋਲ ਸੀ ਜਾਂ ਉਹਨਾਂ ਦੇ ਕੋਈ ਆਫੈਂਸ ਬਣਦਾ ਹੈ ਜਾਂ ਨਹੀਂ ਬਣਦਾ ਇਹ ਇਨਵੈਸਟੀਗੇਸ਼ਨ ਹੈ। ਹਾਲਾਂਕਿ ਇਸ ਦੇ ਵਿੱਚ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਦਾ ਨਾਮ ਮੈਂਸ਼ਨ ਹੋਇਆ ਕਿ ਸੁਰੱਖਿਆ ਦਾ ਵਿਸ਼ਾ ਬਣੇ ਹੋਏ ਨੇ ਕਿ ਜਿਹੜਾ ਇਹ ਹਿੰਸਾ ਹੋਈ ਹੈ ਉਹ ਉਹਨਾਂ ਦੇ ਕਹਿਣ ਤੇ ਹੋਈ ਹੈ ਤਾਂ ਹਾਲੇ ਇਹ ਮਲਟੀਪਲ ਐਫਆਈਆਰਸ ਹੋਈਆਂ ਨੇ ਸਾਡੇ ਕੋਲ ਸਿਰਫ ਕੋਈ ਐਫਆਈਆਰ ਨਹੀਂ ਮਲਟੀਪਲ ਐਫਆਈਆਰਸ ਜਿਹੜੀਆਂ ਹੋਈਆਂ ਨੇ ਉਹ ਜਿੱਥੇ ਐਫਆਈਆਰ ਰਜਿਸਟਰ ਹੋਈ ਹੈ ਉੱਥੇ ਹੀ ਉਹਦੀ ਇਨਵੈਸਟੀਗੇਸ਼ਨ ਚੱਲੇਗੀ। ਸੋ ਜਿਹੜੀ ਐਫਆਈਆਰ ਹੁਣ ਮੇਰੇ ਸਾਹਮਣੇ ਨਹੀਂ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਕਿ ਉਹਦੇ ਵਿੱਚ ਕੀ ਫੈਕਟਸ ਲਿਖੇ ਗਏ ਨੇ ਕੀ ਆਫੈਂਸਸ ਨੇ ਕੀ ਐਲੀਗੇਸ਼ਨ ਨੇ। ਜਿੱਥੇ ਤੱਕ ਆ ਐਫਆਈਆਰ ਮੈਨੂੰ ਮਿਲੀ ਹੈ ਇਹਦਾ ਸਵਾਲ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਪਹਿਲੇ ਜਿਹੜੇ ਸੈਟ ਆਫ ਆਰਗੇਨਾਈਜੇਸ਼ਨਸ ਨੇ ਇਹਨਾਂ ਦਾ ਤਾਂ ਨਾਮ ਲਿਖਿਆ ਵੀ ਇਹਨਾਂ ਨਾਲ 11 ਰਾਉਂਡਸ ਆਫ ਨੈਗੋਸੀਏਸ਼ਨ ਹੋਈਆਂ ਸੀ ਗਵਰਨਮੈਂਟ ਨਾਲ। ਉਸ ਤੋਂ ਬਾਅਦ ਕੁਝ ਐਸੋਸੀਏਸ਼ਨਸ ਦੇ ਨਾਮ ਲਿਖੇ ਗਏ ਜਿਨ੍ਹਾਂ ਦੀ ਐਲੀਗੇਸ਼ਨ ਹੈ ਕਿ ਇਹਨਾਂ ਨੇ 144 ਦੀ ਵਾਇਲੇਸ਼ਨ ਕੀਤੀ। ਉਸ ਤੋਂ ਬਾਅਦ ਕੁਝ ਵਹੀਕਲਸ ਦੇ ਨਾਮ ਨੇ ਇਨਸੀਡੈਂਟ ਹੋਣ ਤੋਂ ਬਾਅਦ ਜਿਹੜੇ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਕੋਈ ਵਾਇਲੇਸ਼ਨ ਕੀਤੀ ਹੈ ਜਾਂ ਕੋਈ ਰੈਸ਼ਨੈਸ ਕੀਤੀ ਹੈ ਜਾਂ ਕੋਈ ਆਫੈਂਸ ਕੀਤਾ
ਤੇ ਉਹ ਰਜਿਸਟ੍ਰੇਸ਼ਨ ਨੰਬਰਸ ਤੋਂ ਹੁਣ ਲੋਕੇਟ ਕੀਤਾ ਜਾਏਗਾ। ਜੇ ਕੋਈ ਕਿਸੇ ਦਾ ਆਫੈਂਸ ਬਣਦਾ ਹੈ, ਕਿਸੇ ਨੇ ਵਾਇਲੇਸ਼ਨ ਕੀਤੀ ਹੈ, ਇਹਦੇ ਜਿਹੜਾ ਸਪਿਰਿਟ ਸੀ ਇਸ ਪ੍ਰੋਟੈਸਟ ਦੀ ਉਹਦੇ ਅਗੇਂਸਟ ਕੀਤੀ ਹੈ, ਉਹਨੂੰ ਇੰਡੀਵਿਜੂਅਲੀ ਲਾਇਬਲ ਕੀਤਾ ਜਾ ਸਕਦਾ, ਸਾਰਿਆਂ ਨੂੰ ਨਹੀਂ ਕੀਤਾ ਜਾ ਸਕਦਾ। ਲੀਗਲੀ ਭਵਿੱਖ ਕੀ ਲੱਗ ਰਿਹਾ ਤੁਹਾਨੂੰ ਇਸ ਐਫਆਈਆਰ ਤੋਂ ਬਾਅਦ ਜਾਂ ਜੋ ਹੋਇਆ ਉਸ ਤੋਂ ਬਾਅਦ ਭਵਿੱਖ ਕੀ ਲੱਗ ਰਿਹਾ ਸਾਨੂੰ? ਭਵਿੱਖ ਹਾਊ ਕੈਨ ਆਈ ਐਂਟੀਸਿਪੇਟ ਦ ਫਿਊਚਰ? ਦੇਖੋ ਜਿੱਦ ਤੱਕ ਇਹਨਾਂ ਦਾ ਪ੍ਰੋਟੈਸਟ ਹੈ, ਇਹ ਗੱਲ ਪੱਕੀ ਹੈ ਕਿ ਜੇ ਇਹ ਕਾਨੂੰਨ ਲਾਗੂ ਹੁੰਦੇ ਆ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਲੂਜ਼ਿੰਗ ਐਂਡ ਹੈ ਜਾਂ ਜਿਹੜਾ ਨੁਕਸਾਨ ਹੈ ਉਹ ਗਰੀਬ ਕਿਸਾਨ ਦਾ ਨਜ਼ਰ ਆ ਰਿਹਾ ਹੈ, ਇਹ ਕੋਈ ਨਹੀਂ ਦੇਖ ਸਕਦਾ। ਤੇ ਇਹਨੂੰ ਹੁਣ ਜੇ ਕੋਰਟਸ ਮੈਟਰ ਜਾਂਦਾ ਤਾਂ ਦੇਖੋ ਪੈਂਡਿੰਗ ਮੈਟਰ ਸੁਪਰੀਮ ਕੋਰਟਸ ਮੈਂ ਤੇ ਕਮੈਂਟ ਨਹੀਂ ਕਰ ਸਕਦਾ, ਇਹ ਸੁਪਰੀਮ ਕੋਰਟ ਡਿਸਾਈਡ ਕਰੇਗੀ ਇਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ ਜਾਂ ਗਵਰਨਮੈਂਟ ਨੂੰ ਡਾਇਰੈਕਸ਼ਨ ਕਰਨੀ ਹੈ, ਇਹ ਆਉਣ ਵਾਲੇ ਟਾਈਮ ਸੁਪਰੀਮ ਕੋਰਟ ਕੋਲ ਆਏਗਾ। ਇਹ ਇਸ ਦੇ ਵਿੱਚ ਜਿਹੜੇ 37 ਨਾਮ ਦਿੱਤੇ ਗਏ ਨੇ ਉਸ ਤੋਂ ਬਾਅਦ ਲਿਖਿਆ ਐਂਡ ਅਦਰਸ ਤੋਂ ਕੀ ਭਾਵ ਹੋਇਆ? ਕੋਈ ਵੀ ਨਾਮ ਪੈ ਸਕਦਾ ਹੈ ਇਹਦੇ ਵਿੱਚ? ਜੀ ਬਿਲਕੁਲ, ਇਨਵੈਸਟੀਗੇਸ਼ਨ ਦੇ ਵਿੱਚ ਜੇ ਇਹਨਾਂ ਦੇ ਥਰੂ ਜਾਂ ਇੰਡੀਪੈਂਡੈਂਟਲੀ ਇਨਵੈਸਟੀਗੇਸ਼ਨ ਕੁਝ ਵੀ ਆਉਂਦਾ ਹੈ, ਕਿ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਚੀਜ਼ ਹੈ ਜਿਹਦੇ ਵਿੱਚ ਪੁਲਿਸ ਨੂੰ ਕੋਈ ਗਾਈਡ ਨਹੀਂ ਕਰ ਸਕਦਾ ਤੁਸੀਂ ਇਸ ਲਾਈਨ ਤੇ ਕਰਨੀ ਹੈ ਜਾਂ ਇਸ ਲਾਈਨ। ਈਵਨ ਸੁਪਰੀਮ ਕੋਰਟ ਨਹੀਂ ਕਹਿ ਸਕਦੀ ਕਿ ਤੁਸੀਂ ਪਾਰਟਿਕੂਲਰ ਲਾਈਨਸ ਉੱਤੇ ਇਨਵੈਸਟੀਗੇਸ਼ਨ ਕਰੋ। ਸੋ ਇਹ ਐਕਸਕਲੂਸਿਵ ਪਾਰਟ ਹੈ ਪੁਲਿਸ ਦਾ ਟੂ ਇਨਵੈਸਟੀਗੇਟ। ਜੇ ਇਨਵੈਸਟੀਗੇਟ ਕਰਨ ਤੋਂ ਬਾਅਦ ਹੋ ਸਕਦਾ ਇਹਨਾਂ ਦੇ ਵਿੱਚੋਂ ਵੀ ਕਈ ਐਗਜ਼ੋਨਰੇਟ ਹੋ ਜਾਣ ਕਿ ਇਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਆਇਆ, ਤੇ ਹੋ ਸਕਦਾ ਜੋ ਇਹਦੇ ਨੋਮੀਨੇਟਡ ਨਹੀਂ ਨੇ ਉਹਨਾਂ ਦਾ ਕੋਈ ਆਫੈਂਸ ਬਣਦਾ ਹੋਵੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਨੋਮੀਨੇਟ ਕੀਤਾ ਜਾਏ। ਜਿਹੜੇ ਜ਼ਖਮੀ ਹੋਏ ਨੇ ਪੁਲਿਸ ਅਧਿਕਾਰੀ ਦੱਸਿਆ ਜਾ ਰਿਹਾ 300 ਪਲੱਸ ਪੁਲਿਸ ਅਧਿਕਾਰੀ ਜ਼ਖਮੀ ਹੋਏ ਨੇ ਮੈਂਸ਼ਨਡ ਹੈ ਇਹਦੇ ਵਿੱਚ, ਤਾਂ ਕਿ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਉਸ ਬਿਆਨ ਦੇ ਆਧਾਰ ਤੇ ਵੀ ਨਾਮ ਐਂਡ ਅਦਰਸ ਹੈ ਜੋ ਇਸ ਬਿਆਨਾਂ ਦੇ ਆਧਾਰ ਤੇ। ਬਿਲਕੁਲ, ਇਹ ਇਨਵੈਸਟੀਗੇਸ਼ਨ ਦਾ ਮਤਲਬ ਹੀ ਹੁੰਦਾ ਹੈ ਕਿ ਜਿੰਨੇ ਵੀ ਵਿਟਨੈਸਿਸ ਨੇ, ਜਿੰਨੇ ਗਵਾਹ ਨੇ ਜੋ ਇਸ ਕੇਸ ਬਾਰੇ ਜਾਣਦੇ ਨੇ ਜਾਂ ਉਸ ਇਨਸੀਡੈਂਟ ਬਾਰੇ ਜਿਹਨਾਂ ਦੀ ਗਵਾਹੀ ਹੈ, ਜਿਨ੍ਹਾਂ ਨੇ ਦੇਖਿਆ, ਉਹਨਾਂ ਦਾ ਜਿੰਨੀ ਉਹਨਾਂ ਦੀ ਨੌਲੇਜ ਹੈ ਉਹਦੇ ਹਿਸਾਬ ਨਾਲ ਉਹਨਾਂ ਦਾ ਬਿਆਨ ਕੀਤਾ ਜਾਵੇ ਤੇ ਉਹਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਪ੍ਰੋਸੀਡ ਕਰਦੀ ਹੈ। ਠੀਕ ਹੈ, ਤਾਂ ਅਸੀਂ ਬਸ ਇਹ ਆਖਰੀ ਸਵਾਲ ਹੈ ਮੇਰਾ ਜਾਣਨਾ ਚਾਹੁੰਦੇ ਹਾਂ ਕਿ ਲੋਕ ਸਿਰਫ ਇਹ ਜਾਣਨਾ ਚਾਹੁੰਦੇ ਨੇ ਕਿ ਜਿਹੜੀ ਇਹ ਤੁਸੀਂ ਐਕਸਪਲੇਨ ਕੀਤੀਆਂ ਨੇ ਧਾਰਾਵਾਂ ਸਾਡੇ ਕਿਸਾਨ ਆਗੂਆਂ ਤੇ ਕੀ ਇਹ ਕੱਲੀ ਧਾਰਾ ਲੱਗੀ ਹੈ ਜਾਂ ਇਹ ਕਿਸਾਨ ਆਗੂਆਂ ਤੇ ਸਿਰਫ ਵਾਇਲੇਸ਼ਨ ਦਾ ਦੋਸ਼ ਲੱਗੇ? ਦੇਖੋ ਜਦੋਂ ਅਸੀਂ FIR ਦੇਖਦੇ ਹਾਂ ਇਹ ਸਾਰੀਆਂ ਧਾਰਾਂ ਇਕੱਠੀਆਂ ਲਿਖੀਆਂ ਜਾਂਦੀਆਂ ਕਿ FIR ਕਿਹੜੀ ਧਾਰਾ ਚਾਹੀਦੀ। ਇਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਕਿਸੇ ਉੱਤੇ ਇੱਕ ਧਾਰਾ ਬਣਦੀ ਹੈ, ਕਿਸੇ ਤੇ ਦੋ ਬਣਦੀਆਂ ਜਾਂ ਕਿਸੇ ਤੇ ਬਿਲਕੁਲ ਨਹੀਂ ਬਣਦੀ। ਇਹ ਇਨਵੈਸਟੀਗੇਸ਼ਨ ਦੇਖਿਆ ਜਾਏਗਾ। ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਕੁਝ ਲੋਕਾਂ ਨੂੰ ਐਗਜ਼ੋਨਰੇਟ ਵੀ ਕੀਤਾ ਜਾ ਸਕਦਾ ਤੇ ਕਈਆਂ ਨੂੰ ਇੰਟੀਗ੍ਰੇਟ ਵੀ ਕੀਤਾ ਜਾ ਸਕਦਾ ਤੇ ਹੋ ਸਕਦਾ ਹੈ ਕਿ ਜਿੰਨੇ ਲੋਕ ਇਹਦੇ ਵਿੱਚ ਮੈਂਸ਼ਨ ਨੇ ਉਹ ਸਾਰਿਆਂ ਦਾ ਤੇ ਸਾਰੀ ਕਾਰਵਾਈ ਨਾ ਹੋਵੇ ਤੇ ਇਹ ਹੁਣ FIR ਦਾ ਜਿਹੜਾ ਫਿਊਚਰ ਹੈ ਇਨਵੈਸਟੀਗੇਸ਼ਨ ਡਿਪੈਂਡ ਕਰਦਾ। ਠੀਕ ਹੈ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਵੱਡੇ ਸਵਾਲ ਇਸ ਵੇਲੇ ਖੜੇ ਹੋ ਰਹੇ ਸਨ ਕਿਉਂਕਿ ਬੀਤੀ ਦੇਰ ਸ਼ਾਮ ਜੋ ਅਪਡੇਟ ਸਾਹਮਣੇ ਆਏ ਕਿ 37 ਕਿਸਾਨ ਆਗੂਆਂ ਤੇ ਮਾਮਲੇ ਦਰਜ ਹੋਏ ਨੇ, ਕੁਝ ਧਾਰਾਵਾਂ ਇਹਨਾਂ ਵੱਲੋਂ ਜਿਹੜੀਆਂ ਐਕਸਪਲੇਨ ਕੀਤੀਆਂ ਗਈਆਂ ਨੇ, ਪਰ ਹਾਲੇ ਇਹ ਜਾਂਚ ਦਾ ਵਿਸ਼ਾ ਹੈ ਕਿ ਕਿਹੜੇ ਕਿਸਾਨ ਆਗੂ ਤੇ ਕਿਹੜੀ ਧਾਰਾ ਲੱਗੀ ਹੋਈ ਹੈ। ਕਿ ਮੈਂ ਠੀਕ ਕਿਹਾ ਇਹ ਇਸੇ ਤਰ੍ਹਾਂ ਤਾਂ ਦੇਖਣਾ ਹੋਏਗਾ, ਤਾਂ ਇਹ ਜਾਂਚ ਦਾ ਵਿਸ਼ਾ ਹੈ। ਅਸੀਂ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਸ਼ਾਂਤਮਈ ਤਰੀਕੇ ਦੇ ਨਾਲ, ਉਸੇ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਕਨਕਲੂਡ ਕੀਤਾ ਜਾਏ, ਇੱਕ ਚੰਗੇ ਨੋਟ ਤੇ ਕਨਕਲੂਡ ਕੀਤਾ ਜਾਏ। ਪਰ ਜੋ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਤੋਂ ਬਾਅਦ ਜੋ ਇਹ ਮਾਹੌਲ ਬਣਿਆ, ਇਸ ਵੇਲੇ ਮਾਹੌਲ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ, ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ। ਵਧੇਰੇ ਅਪਡੇਟਸ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ। ਕੁਝ ਰੂਲਸ ਬਣੇ ਸੀਗੇ ਉਹ ਰੂਲ ਵਾਇਲੇਟ ਕੀਤੇ ਗਏ ਨੇ, ਜਿਸ ਤੋਂ ਬਾਅਦ ਇਹ ਧਾਰਾਵਾਂ ਜਿਹੜੀਆਂ ਸਾਡੇ ਸਾਹਮਣੇ ਇੱਕ ਪਰਚਾ ਪਿਆ ਹੋਇਆ, ਇਸ ਤੇ 14 ਧਾਰਾਵਾਂ ਲਿਖੀਆਂ ਹੋਈਆਂ ਨੇ, ਮਾਮਲੇ ਦਰਜ ਹੋਏ ਨੇ, ਤਾਂ ਕੀ ਲੀਗਲ ਐਸਪੈਕਟ ਹੈ? ਦੇਖੋ ਇਹਦੇ ਵਿੱਚ 353 332 307 ਤੇ ਡਕੈਤੀ ਦੀਆਂ 395 ਡਕੈਤੀ ਵਿਦ ਡੈਡਲੀ ਆਰਮਸ 397 ਇਹ 5 ਧਾਰਾਵਾਂ ਜਿਹੜੀਆਂ ਨਾਨ ਅਵੇਲੇਬਲ ਨੇ ਤੇ ਬਾਕੀ 2 ਪ੍ਰਿੰਸੀਪਲ ਲਿੰਕ ਸੈਕਸ਼ਨਸ ਨੇ ਤੇ ਬਾਕੀ ਜਿਹੜੇ ਅਵੇਲੇਬਲ ਆਫੈਂਸਸ ਨੇ। ਬਟ ਮੈਂ ਇੱਕ ਚੀਜ਼ ਦੇਖ ਕੇ ਬੜਾ ਹੈਰਾਨ ਆ ਕਿ ਇਹਦੇ ਵਿੱਚ ਕੁਝ ਇਹ ਵੀ ਸੈਕਸ਼ਨਸ ਲਾਏ ਗਏ ਆ 14